ਦਿਖਾਈਆਂ ਜਾਂ ਕਿੰਨੇ ਕੁ ਉਹਨਾਂ ਨੇ ਕੰਮ ਕੀਤੇ ਆ। ਹੁਣ ਪੰਜ ਜਿਹੜੀ ਤੱਕੜੀ ਆ ਤੁਹਾਡੇ ਹੱਥ 'ਚ ਆ, ਤੁਸੀਂ ਉਹਦਾ ਤਰਾਜੂ 'ਤੇ ਦੇਖਣਾ ਵੀ ਕੀ ਉਹਨਾਂ ਨੇ ਕੀਤਾ ਅਤੇ ਕੀ ਨਹੀਂ ਕੀਤਾ। ਤੁਸੀਂ ਜਾਣਦੇ ਹੋ ਵਾਰਡ 9-10 ਵਿੱਚ ਉਹ ਸਕੂਲ ਟਰੱਸਟੀ ਦੀ ਜਿਹੜੀ ਇਲੈਕਸ਼ਨ ਦੇ ਵਿੱਚ ਸਤਪਾਲ ਜੌਲ ਜੀ ਕੁੱਦੇ ਹੋਏ ਨੇ। ਕੰਪੇਨ ਚੱਲ ਰਹੀ ਆ, ਕੰਪੇਨ ਦੇ ਵਿੱਚ ਕੀ ਕੁਛ ਹੋ ਰਿਹਾ। ਅਸੀਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਸਤਪਾਲ ਜੌਲ ਜੀ ਦਾ ਰੇਡੀਓ ਸਫ਼ਰ 'ਤੇ। ਜੌਲ ਸਾਹਿਬ ਸਵਾਗਤ। ਥੈਂਕ ਯੂ ਜੀ ਸੰਗਾ ਸਾਹਿਬ, ਬਹੁਤ ਬਹੁਤ ਧੰਨਵਾਦ। ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ ਜੀ। ਤੁਹਾਡੀ ਸਮੁੱਚੀ ਟੀਮ ਦਾ ਵੀ ਥੈਂਕ ਯੂ ਕਰਦੇ ਹਾਂ। ਅਤੇ ਇਹਦੇ ਨਾਲ ਹੀ ਵਾਰਡ 9-10 ਬਰੈਂਪਟਨ ਤੋਂ ਸਕੂਲ ਟਰਸਟੀ ਕੈਂਡੀਡੇਟ ਵਜੋਂ ਪੇਸ਼ ਕਰਨ ਦੇ ਲਈ ਮੈਨੂੰ ਸਤਪਾਲ ਸਿੰਘ ਜੌਲ ਨੂੰ, ਇਸ ਦੇ ਲਈ ਵੀ ਤੁਹਾਡਾ ਸ਼ੁਕਰੀਆ ਜੀ। ਜੀ ਜੌਲ ਸਾਹਿਬ, ਅੱਜ ਆਪਾਂ ਇਸੇ ਦਾਇਰੇ ਵਿੱਚ ਰਵਾਂਗੇ ਕਿ ਜਿਹੜੀਆਂ ਚੋਣਾਂ ਹੋ ਰਹੀਆਂ, ਚੋਣਾਂ ਦੇ ਵਿਸ਼ੇ ਸੰਬੰਧੀ ਹੀ ਗੱਲਬਾਤ ਕਰਾਂਗੇ। ਕੰਪੇਨ ਚੱਲ ਰਹੀ ਆ ਅਤੇ ਕੰਪੇਨ ਦੇ ਵਿੱਚ ਤੁਸੀਂ ਕੁੱਦੇ ਹੋਏ ਹੋ, ਘਰ ਘਰ ਜਾ ਰਹੇ ਹੋ, ਡੋਰ ਨੋਕਿੰਗ ਹੋ ਰਹੀ ਆ, ਮੀਟਿੰਗਾਂ ਕਰ ਰਹੇ ਆ। ਇਹਨਾਂ ਦਿਨਾਂ ਦੌਰਾਨ ਜਿਹੜਾ ਸਾਡੀ ਕਮਿਊਨਿਟੀ ਦੇ ਵਿੱਚ ਤੁਸੀਂ ਕੀ ਦੇਖ ਰਹੇ ਹੋ? ਕੀ ਕਮਿਊਨਿਟੀ ਯੂਨਾਈਟਡ ਦਿਸ ਰਹੀ ਆ, ਡਿਵਾਈਡਰ ਆ? ਕਿਹੋ ਜਿਹਾ ਤੁਸੀਂ ਜਿਹੜਾ ਮਹਿਸੂਸ ਕੀਤਾ ਇਹਨਾਂ ਕੁਛ ਕੁ ਦਿਨਾਂ ਦੇ ਵਿੱਚ? ਦੇਖੋ ਸੰਗਾ ਸਾਹਿਬ, ਇਸ ਤਰ੍ਹਾਂ ਵੀ ਡਿਵਾਈਡਡ ਹੋਣ ਕਰਕੇ ਜਾਂ ਯੂਨਾਈਟਡ ਹੋਣ ਕਰਕੇ ਇਹ ਸਿਗਨਲ ਮਿਲਿਆ ਕਰਦਾ ਇੱਕ ਕਮਿਊਨਿਟੀ ਦੀ ਪ੍ਰੋਗਰੈਸ ਤੋਂ ਸੰਸਾਰ ਭਰ ਦੇ ਵਿੱਚ ਵੀ ਜੇ ਯੂਨਾਈਟਡ ਸੀ ਤੇ ਪ੍ਰੋਗਰੈਸ ਕੀਤੀ, ਜੇ ਨਹੀਂ ਯੂਨਾਈਟਡ ਸੀ, ਡਿਵਾਈਡਡ ਸੀ, ਟੁਕੜੇ ਟੁਕੜੇ ਸੀ, ਤੇ ਫਿਰ ਕੀ ਹੋਇਆ। ਉਹ ਸਾਰੇ ਦ੍ਰਿਸ਼ ਜਿਹੜੇ ਜੀ ਸਾਹਮਣੇ ਆਉਂਦੇ ਆ। ਸਾਡੀ ਕਮਿਊਨਿਟੀ ਬਾਹਰ ਹੈ ਬੜੀ ਜੁਝਾਰੂ ਤੇ ਪਿਆਰੀ ਔਰ ਸਤਿਕਾਰ ਦੀ ਪਾਤਰ। ਮੈਂ ਇਹ ਦੇਖ ਰਿਹਾ ਜੀ ਸੰਗਾ ਸਾਹਿਬ ਕਿ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਬਣਨਾ, ਸ਼ਾਇਦ ਮੇਰੇ ਕੈਂਡੀਡੇਟ ਬਣਨ ਤੋਂ ਹੀ ਵੱਡੀ ਤਾਦਾਦ ਦੇ ਵਿੱਚ ਲੋਕ ਇੰਨੇ ਪ੍ਰਭਾਵਿਤ ਹੋ ਗਏ ਕਿ ਉਹਨਾਂ ਨੇ ਆਪਣੇ ਬਲਬੂਤੇ ਤੇ ਆਪ ਹੀ ਸਾਡੀ ਕੰਪੇਨ ਜਿਹੜੀ ਆ ਜੀ ਉਹ ਚਲਾਈ ਜਾ ਰਹੀ ਆ। ਡੋਰ ਟੂ ਡੋਰ, ਘਰੋਂ ਘਰੀ ਵੀ ਕਿਹਾ ਜਾ ਰਿਹਾ, ਫੋਨ ਕੀਤੇ ਜਾ ਰਹੇ ਆ। ਬਹੁਤ ਸਾਰੇ ਭੈਣ ਭਰਾ ਜਦੋਂ ਫੋਨ ਕਰਕੇ ਦੱਸਦੇ ਆ ਵੀ ਅਸੀਂ ਇੱਦਾਂ ਕਰ ਰਹੇ ਹਾਂ, ਤੇ ਮੈਨੂੰ ਹੈਰਾਨੀ ਹੁੰਦੀ ਆ ਵੀ ਭਾਈ ਸਾਹਿਬ ਨੂੰ ਬਹੁਤ ਬਹੁਤ ਧੰਨਵਾਦੀ ਆ ਇਹਨਾਂ ਭੈਣਾਂ ਭਰਾਵਾਂ ਦੇ ਵੀ ਦੇਖੋ ਐਡਾ ਉਹਨਾਂ ਦੇ ਮਨ ਦੇ ਵਿੱਚ ਜਜ਼ਬਾ ਆਇਆ ਸਾਡਾ ਨਾਂ ਸੁਣ ਕੇ ਵੀ ਅਸੀਂ ਤੇ ਉਹਨਾਂ ਨੂੰ ਕਿਹਾ ਵੀ ਨਹੀਂ ਸੀ ਵੀ ਸਾਡੇ ਲਈ ਕੁਛ ਕਰੋ। ਤੇ ਇਹ ਮੈਂ ਸਮਝਾਂਗਾ ਜੀ ਵੀ ਇੱਕ ਲੰਬਾ ਜੋ ਜੀਵਨ ਹੈ ਸਾਡਾ, ਇਹ ਪੱਤਰਕਾਰਤਾ ਦੇ ਖੇਤਰ ਦੇ ਵਿੱਚ, ਜਰਨਲਿਜ਼ਮ ਦੇ ਵਿੱਚ ਭੈਣ ਭਰਾਵਾਂ ਨੂੰ ਨਿਰਪੱਖਤਾ ਤੇ ਨਿਰਧੜਕਤਾ ਦੇ ਨਾਲ ਸਰਵ ਕੀਤਾ ਤੇ ਵੱਖ-ਵੱਖ ਮੁੱਦਿਆਂ ਤੇ ਸਿੱਟੇ ਜਿਹੜੇ ਕੱਢ ਕੇ ਭੈਣ ਭਰਾਵਾਂ ਦੇ ਸਾਹਮਣੇ ਰੱਖੇ। ਉਹਨਾਂ ਦੇ ਅਸਰ ਨੂੰ ਲੱਗ ਰਿਹਾ ਜੀ ਵੀ ਕਮਿਊਨਿਟੀ ਭੈਣ ਭਰਾ ਆਪ ਹੀ ਕਬੂਲ ਕਰ ਰਹੇ ਨੇ ਤੇ ਹਰ ਤਰ੍ਹਾਂ ਦੀ ਵਲਗਣ ਨੂੰ ਪਿੱਛੇ ਛੱਡ ਕੇ ਜੀ ਵੀ ਇਹ ਵਾਰਡ 9-10 ਦੇ ਵਿੱਚ ਸਕੂਲ ਟਰਸਟੀ ਵਜੋਂ ਸਤਪਾਲ ਸਿੰਘ ਜੌਲ ਦਾ ਸਾਥ ਦਿੱਤਾ ਜਾ ਰਿਹਾ ਜੀ। ਪਰ ਦੂਸਰੇ ਪਾਸੇ ਇਹ ਹੈ ਜੀ ਕਿਤੇ ਨਾ ਕਿਤੇ ਆਪੋ ਆਪਣੇ ਤਰੀਕੇ ਦੇ ਨਾਲ ਜਿਹੜਾ ਇਹ ਕਮਿਊਨਿਟੀ ਨੂੰ ਡਿਵਾਈਡ ਕਰਨ ਦਾ ਯਤਨ ਵੀ ਵਿੱਚੋਂ ਵਿੱਚ ਹੀ ਜਾਰੀ ਰਹਿੰਦਾ, ਕਿਉਂਕਿ ਭੈਣ ਭਰਾ ਤੇ ਮਨਾਂ ਦੇ ਵਿੱਚੋਂ ਚਾਹੁੰਦੇ ਹੀ ਹੁੰਦੇ ਆ ਵੀ ਚੜ੍ਹਦੀ ਕਲਾ ਵਾਲੇ ਕੰਮ ਹੋਣ, ਆਪਾਂ ਸਾਰੇ ਇੱਕ ਰਹੀਏ, ਇੱਕਜੁੱਟ ਰਹੀਏ। ਪਰ ਹੁਣ ਕਿਉਂਕਿ ਪਰਫੈਕਸ਼ਨ ਆ ਜਿਹੜੀ ਵੀ ਉਹ ਕੁਦਰਤ ਦਾ ਅਸੂਲ ਨਹੀਂ ਹੈਗੀ, ਇਸ ਕਰਕੇ ਕਿਤੇ ਕਿਤੇ ਜਾਣੀ ਕਿ ਵੀ ਇਹ ਗੱਲ ਘੁਮਾ ਦਿੱਤੀ ਜਾਂਦੀ ਹੈ ਜਾਣ ਬੁੱਝ ਕੇ। ਕਿਉਂਕਿ ਪੰਜਾਬ ਦੇ ਵਿੱਚ ਆਪਾਂ ਦੇਖਦੇ ਸੀ ਵੀ ਇੰਨੀਆਂ ਅਫਵਾਹਾਂ ਨਹੀਂ ਸੀ ਫੈਲਦੀਆਂ ਤੇਜ਼ੀ ਦੇ ਨਾਲ ਜਿੰਨੀਆਂ ਕਿ ਬਾਹਰਲੇ ਮੁਲਕਾਂ ਦੇ ਵਿੱਚ, ਇੱਥੇ ਯੂਰਪ ਜਾਂ ਇੱਧਰ ਆ ਕੇ ਅਸੀਂ ਦੇਖਿਆ ਵੀ ਕੁਛ ਗੱਲਾਂ ਸੱਜਣ ਜੀ ਹੁੰਦੇ ਵੀ ਉਹ ਕੋਲੋਂ ਬਣਾ ਕੇ ਉਹਨਾਂ ਨੇ ਕਰਨੀਆਂ ਸ਼ੁਰੂ ਕਰ ਦੇਣੀਆਂ ਭਾਵੇਂ ਕੋਈ ਸੱਚ ਨਾ ਹੀ ਹੋਣ। ਤੇ ਕਿਉਂਕਿ ਜਿਹੜੀ ਵੀ ਅਫਵਾਹ ਆ, ਇਹ ਚੁਗਲੀ ਆ, ਇਹ ਫੈਲਦੀ ਇੱਕ ਤੋਂ ਗਾਂਹ ਤੇਜ਼ੀ ਦੇ ਨਾਲ ਆ। ਤੇ ਇਸ ਕਰਕੇ ਜਿਹੜੇ ਭੈਣ ਭਰਾ ਆ ਜੀ ਵੀ ਕਈ ਵਾਰੀ ਉਹ ਉਹਨਾਂ ਕੋਲ ਵੈਰੀਫਾਈ ਕਰਨ ਦਾ ਸਮਾਂ ਵੀ ਨਹੀਂ ਹੁੰਦਾ ਜੋ ਆਹ ਗੱਲ ਕਹੀ ਗਈ ਆ ਉਹ ਕਿ ਸੱਚ ਆ ਕਿ ਝੂਠ ਆ। ਇਸ ਕਰਕੇ ਜਿਹੜਾ ਇਹ ਡਿਵੀਜ਼ਨ ਦੀ ਗੱਲ ਆ ਵੀ ਕਿਤੇ ਨਾ ਕਿਤੇ ਭੈਣ ਭਰਾਵਾਂ ਨੂੰ ਇਹ ਗੁੰਮਰਾਹ ਕਰਨ ਦੀ ਕੋਸ਼ਿਸ਼ ਆ ਵੀ ਜਿਹੜੀ ਨੈਗੇਟਿਵ ਤੇ ਪੋਜ਼ੀਟਿਵ ਗੱਲ। ਹੁਣ ਕਿਉਂਕਿ ਵੱਖ-ਵੱਖ ਮੁੱਦਿਆਂ ਤੇ ਸੰਗਾ ਸਾਹਿਬ ਜੀ ਤੁਹਾਡੇ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਵੱਖ-ਵੱਖ ਜਿਹੜੇ ਇਹ ਇਸ਼ੂਜ਼ ਦੀ ਗੱਲ ਕਰਦੇ ਰਹਿੰਦੇ ਹਾਂ ਵੀ ਜੋ ਕੁਝ ਕਮਿਊਨਿਟੀ ਦੇ ਵਿੱਚ ਅੱਛਾ ਹੋ ਰਿਹਾ ਬਹੁਤ ਵਧੀਆ ਗੱਲ ਆ, ਬੜੀ ਸਿਫਤ ਵਾਲੀ ਗੱਲ ਆ। ਪਰ ਜੋ ਕੁਝ ਸਿਫਤਯੋਗ ਨਹੀਂ ਹੋ ਰਿਹਾ ਉਹਦੀ ਗੱਲ ਕਰਕੇ ਵੀ ਆਪਾਂ ਉਹਨੂੰ ਰੋਕ ਕੇ ਉਹਨੂੰ ਵੀ ਸਿਫਤਯੋਗ ਦੇ ਦਾਇਰੇ ਵਿੱਚ ਲੈ ਆਈਏ ਤਾਂ ਕਿ ਸਾਡੀ ਸਿਫਤ ਹੋਰ ਵੀ ਵੱਡੀ ਹੋ ਜਾਏ। ਸੋ ਉਹ ਜੇ ਵੀ ਗਲਤ ਹੋ ਰਹੇ ਕੰਮਾਂ ਵੱਲ ਜੇ ਕਿੰਤੂ ਪਰੰਤੂ ਕੀਤਾ ਗਿਆ ਤੇ ਉਸ ਨੂੰ ਨੈਗੇਟਿਵ ਗੱਲ ਵਜੋਂ ਪ੍ਰਚਾਰਨ ਦੀ ਕਿਤੇ ਕਿਤੇ ਕੋਸ਼ਿਸ਼ ਬਾਰੇ ਪਤਾ ਲੱਗ ਰਿਹਾ ਹੈ। ਪਰ ਹੁਣ ਜਿਹੜੀ ਜੀ ਵੀ ਇਹ ਨੈਗੇਟਿਵ ਤੇ ਪੋਜ਼ੀਟਿਵ ਅਸਲ ਦੇ ਵਿੱਚ ਹੁੰਦਾ ਕੀ ਆ, ਜਿਹਨਾਂ ਲੋਕਾਂ ਨੂੰ ਸਮਝ ਇਸ ਗੱਲ ਦੀ ਆ ਉਹਨਾਂ ਨੂੰ ਵੀ ਪਤਾ ਲੱਗ ਸਕਦਾ ਵੀ ਸਾਡੀਆਂ ਜਿਹੜੀਆਂ ਗੱਲਾਂ, ਸਾਡੇ ਜਿਹੜੇ ਇਹ ਵਿਚਾਰ ਵੀ ਅਸੀਂ ਕਮਿਊਨਿਟੀ ਦੇ ਵਿੱਚ ਕੁਝ ਨੈਗੇਟਿਵ ਲਿਆਉਣ ਦੀ ਕੋਸ਼ਿਸ਼ ਵਿੱਚ ਆ ਕਿ ਜਾਂ ਅਸਲ ਦੇ ਵਿੱਚ ਉਹ ਗੱਲਾਂ ਪੋਜ਼ੀਟਿਵ ਹੀ ਹਨ ਜੇ ਅਸੀਂ ਜਾ ਕੇ ਉਹਨਾਂ ਨੂੰ ਡੂੰਘਾਈ ਦੇ ਵਿੱਚ ਸਮਝ ਲਈਏ ਤਾਂ। ਕਿਉਂਕਿ ਹੁਣ ਆਪਾਂ ਦੇਖੀਏ
ਵੀ ਜੇ ਆਪਾਂ 4-5 ਸਾਲ ਤੋਂ ਸਟਰਗਲ ਇਹ LMIA ਦਾ ਕੋਡ ਰੋਕਣ ਦੇ ਲਈ, ਲੋੜਵੰਦਾਂ ਦੀ ਲੁੱਟ ਬੰਦ ਕਰਾਉਣ ਲਈ, ਸਰਕਾਰ ਦੇ ਨਾਲ ਸਿਸਟਮ ਠੀਕ ਕਰਨ ਦੇ ਲਈ ਲੌਬਿੰਗ ਕੀਤੀ, ਉਹਦੇ ਵਿੱਚ ਕਾਫੀ ਹੱਦ ਤੱਕ ਸਫਲਤਾ ਮਿਲ ਚੁੱਕੀ ਆ ਤੇ ਇਹ ਕੋਈ ਨੈਗੇਟਿਵ ਕੰਮ ਸੀਗਾ? ਪੂਰੇ ਦੇਸ਼ ਵਿੱਚ ਮੈਂ ਇਕੱਲਾ ਹੀ ਬੰਦਾ ਸੀ ਜਿਹਨੇ ਆਵਾਜ਼ ਬੁਲੰਦ ਜਿਹੜੀ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਤੱਕ ਕੀਤੀ। ਅੱਛਾ, ਜੇ ਹੁਣ ਬਰੈਂਪਟਨ ਹਸਪੀਟਲ ਦੇ ਵਿੱਚ ਹੀ ਆਪਾਂ ਦੇਖ ਲਈਏ, ਗੁਰੂ ਨਾਨਕ ਦੇਵ ਜੀ ਦਾ ਸਾਈਨ ਸੰਘਾ ਸਾਹਿਬ ਜੀ ਲੱਗਾ ਹੋਇਆ ਸੀਗਾ ਨੀਵੀਂ ਥਾਂ ਤੇ ਵੀ ਇਹ ਹੁਣ ਪਤਾ ਤੇ ਸਾਰਿਆਂ ਨੂੰ ਹੀ ਸੀ, ਪਰ ਇੱਕ ਬੰਦੇ ਨੇ, ਮੈਂ ਇਕੱਲੇ ਨਹੀਂ, 4 ਸਾਲ ਜੇ ਉਹ ਉੱਥੇ ਐਡਮਿਨਿਸਟ੍ਰੇਸ਼ਨ ਹਸਪੀਟਲ ਦੀ ਨਾਲ ਟੱਕਰ ਲੈ ਕੇ ਵੀ ਉਹ ਠੀਕ ਹੁਣ ਸਾਈਨ ਜਗ੍ਹਾ ਤੇ ਲੱਗ ਚੁੱਕਾ ਤੇ ਇਹ ਕੋਈ ਨੈਗੇਟਿਵ ਗੱਲ ਆ ਜੀ? ਤੇ ਜਾਂ ਫਿਰ ਜਿਹੜਾ ਹੈ ਆਪਾਂ ਦੇਖਦੇ ਸੀਗੇ ਵੀ ਕੈਨੇਡਾ ਅਮਰੀਕਾ ਦੀ ਸਰਹੱਦ ਤੇ ਬਾਰਡਰ ਤੇ ਸਾਡੇ ਜਿਹੜੇ ਡਰਾਈਵਰ ਭੈਣ ਭਰਾ ਹੈਗੇ ਆ ਟਰੱਕਿੰਗ ਦੇ ਵਿੱਚ, ਉਹਨਾਂ ਦੇ ਟਰੱਕਾਂ ਦੀ ਜਾਂਚ ਜਦੋਂ ਉਹਨਾਂ ਨੇ ਤਲਾਸ਼ੀ ਕਰਨੀ ਆ ਤੇ ਲੰਚ ਬਾਕਸ ਜਿਹੜੇ ਖਾਣੇ ਵਾਲੇ ਡੱਬੇ ਵੀ ਹੁੰਦੇ ਸੀ ਸਾਡੇ ਡਰਾਈਵਰਾਂ ਦੇ, ਵੀ ਉਹ ਕੁੱਤਿਆਂ ਨੂੰ ਸੰਘਾਉਣ ਬਾਰੇ ਪਤਾ ਜਦੋਂ ਲੱਗਾ ਤੇ ਉਹ ਮਸਲਾ ਅਸੀਂ 24 ਘੰਟਿਆਂ 'ਚ ਠੀਕ ਕਰਾ ਲਿਆ ਸਿਰਫ ਇੱਕ ਇਕੱਲੇ ਬੰਦੇ ਨੇ, ਤੇ ਕੀ ਇਹ ਕੋਈ ਨੈਗੇਟਿਵ ਗੱਲ ਆ ਜੀ? ਤੇ ਜਾਂ ਫਿਰ ਇਹ RLCP ਦੇ ਜਿਹੜੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਸਿਲੈਕਸ਼ਨ ਸਿਸਟਮ ਆ ਇਹਨਾਂ ਕੋਰਸਾਂ ਦੇ ਵਿੱਚ, ਉਹਦੇ ਵਿੱਚ ਜਿਹੜੀਆਂ ਖਾਮੀਆਂ ਤੇ ਵਿਤਕਰੇ ਬਾਰੇ ਪਤਾ ਲੱਗ ਰਿਹਾ ਸੀਗਾ, ਉਹਦੇ ਬਾਰੇ ਅਵੇਅਰਨੈਸ ਕਰਨਾ, ਐਜੂਕੇਸ਼ਨ ਮਿਨਿਸਟਰ ਤੱਕ ਗੱਲ ਲੈ ਕੇ ਜਾਣਾ, MPPs ਨੂੰ ਉਹਦੇ ਵਿੱਚ ਇਨਵੋਲਵ ਕਰਨਾ, ਪਾਰਟੀ ਦੀ ਕਹਿ ਲਓ ਵੀ ਕਾਕਸ ਦੇ ਵਿੱਚ ਇਹ ਕੰਜ਼ਰਵੇਟਿਵ ਪਾਰਟੀ ਦੇ ਵਿੱਚ MPPs ਨੇ ਜਾ ਕੇ ਵਿਚਾਰਿਆ ਵੀ ਇਹ ਹੁਣ ਸਾਡੀ ਕੋਈ ਐਫਰਟ ਨੈਗੇਟਿਵ ਗੱਲ ਸੀਗੀ ਜੀ ਇਕੱਲੇ ਬੰਦੇ ਦੀ? ਜਾਂ ਫਿਰ ਬਜ਼ੁਰਗਾਂ ਦਾ ਜਿਹੜਾ ਡੈਂਟਲ ਪ੍ਰੋਗਰਾਮ ਆ ਇਹ ODSP ਓਨਟਾਰੀਓ ਦੇ ਵਿੱਚ ਦਿੱਤਾ ਜਾਂਦਾ ਵੀ ਬਜ਼ੁਰਗ ਆ ਜਿਹੜੇ ਜੀ ਵੀ 65 ਸਾਲ ਤੋਂ ਜ਼ਿਆਦਾ ਉਮਰ ਦੇ, ਉਹ ਜੇ ਮਤਲਬ ਮਿਨੀਮਮ ਇਨਕਮ ਬ੍ਰੈਕਟ ਦੇ ਵਿੱਚ ਆਉਂਦੇ ਆ ਤੇ ਆਪਣਾ ਜੀ ਦੰਦਾਂ ਦਾ ਇਲਾਜ ਉਹਨਾਂ ਦਾ ਫ੍ਰੀ ਹੋਊਗਾ, ਪਰ ਉਹ ਦੰਦਾਂ ਦਾ ਇਲਾਜ ਫ੍ਰੀ ਮਿਲਦਾ ਕਿੱਥੇ ਹੈ? ਸਾਲੋ ਸਾਲ ਉਹਦੇ ਲਈ ਅਪੁਆਇੰਟਮੈਂਟ ਨਹੀਂ ਮਿਲਦੀ, ਦੰਦ ਕੱਢ ਦਿੱਤਾ ਤੇ ਮੁੜ ਕੇ ਡੈਂਚਰ ਲਗਾਉਣ ਦੇ ਲਈ ਅਪੁਆਇੰਟਮੈਂਟ ਹੈ ਨਹੀਂ ਕਈ ਸਾਲ। ਸੋ ਇਹ ਜਿਹੜਾ ਇੰਨਾ ਵੱਡਾ ਕਹਿ ਲਓ ਵੀ ਕਾਗਜ਼ੀ ਇੱਕ ਪ੍ਰੋਗਰਾਮ ਆ, ਸਹੂਲਤ ਆ ਜਿਹੜੀ ਦੇਣ ਦੇ ਦਮਗਜੇ ਤਾਂ ਮਾਰੇ ਜਾਂਦੇ ਆ, ਪਰ ਵਰਕ ਉਹ ਨਹੀਂ ਕਰ ਰਹੀ। ਇਹਦੇ ਬਾਰੇ ਜੇ ਹੁਣ ਅਸੀਂ ਮਿਸਿਸਾਗਾ ਦੇ ਬਰੈਂਪਟਨ ਦੇ MPP ਸਾਹਿਬਾਨਾਂ ਨਾਲ ਗੱਲ ਕੀਤੀ, ਹੈਲਥ ਮਿਨਿਸਟਰ ਤੱਕ ਗੱਲ ਲੈ ਕੇ ਗਏ ਤੇ ਵੀ ਇਹ ਹੁਣ ਕੋਈ ਨੈਗੇਟਿਵ ਕੰਮ ਸੀਗਾ ਜਿਹਦੇ ਤੇ ਕਿ ਪ੍ਰੋਗਰੈਸ ਹੋਣ ਬਾਰੇ ਪਤਾ ਲੱਗ ਰਿਹਾ ਵੀ ਹੁਣ ਉਹ ਨਵੇਂ ਕਲੀਨਿਕ ਬਣਾ ਰਹੇ ਆ ਜੀ, ਕਦੋਂ ਉਦਘਾਟਨ ਹੁੰਦਾ ਇਹ ਆਪਾਂ ਦੇਖ ਲਾਂਗੇ, ਅੱਗੇ ਚੱਲ ਕੇ ਪਤਾ ਲੱਗੇ ਹੀ ਜਾਊਗਾ। ਸੋ ਇਸੇ ਤਰ੍ਹਾਂ ਹੀ ਅਨਫੰਕਸ਼ਨਲ ਪ੍ਰੋਗਰਾਮ ਆ ਜਿਹੜੇ, ਉਹਦੇ ਬਾਰੇ ਆਵਾਜ਼ ਉਠਾਉਣਾ ਨੈਗੇਟਿਵ ਗੱਲ ਕਿੱਦਾਂ ਹੋਈ ਜੀ? ਜਾਂ ਫਿਰ ਸਾਡੀਆਂ ਗਲੀਆਂ ਦੇ ਵਿੱਚ ਜਿਹੜੀਆਂ ਗੱਡੀਆਂ ਆਹ ਸਲੈਂਸਰ ਕਹਿ ਲਓ ਵੀ ਨੋਇਜ਼ ਮੇਕਿੰਗ ਗੱਡੀਆਂ ਹੈਗੀਆਂ ਵੀ ਹੜਾਟ ਪਾਉਂਦੀਆਂ ਜਾਂਦੀਆਂ, ਆਵਾਜ਼ਾਂ ਕੱਢਦੀਆਂ ਤਰ੍ਹਾਂ ਤਰ੍ਹਾਂ ਦੀਆਂ, ਉਹਦੇ ਬਾਰੇ ਪੀਲ ਪੁਲਿਸ ਜਿਹੜੀ ਤਰ੍ਹਾਂ ਤਰ੍ਹਾਂ ਉਹ ਕਹਿੰਦੇ ਤੇ ਰਹਿੰਦੇ ਅਸੀਂ ਡਰਾਈਵਰਾਂ ਨੂੰ ਟਿਕਟਾਂ ਦਿੰਦੇ ਆ, ਅਸੀਂ ਕਹਿੰਦੇ ਜੀ ਕਿ ਜੇ ਸਲੈਂਸਰ ਗੱਡੀ ਦੇ ਵਿੱਚ ਲੱਗੇ ਹੋਣਾ ਗਲਤ ਗੱਲ ਆ, ਤੇ ਸਲੈਂਸਰ ਲਗਾਉਣ ਵਾਲੇ ਲੋਕ ਕਿਉਂ ਫਿਰ ਇਹਦੇ ਲਈ ਜ਼ਿੰਮੇਵਾਰ ਨਹੀਂ ਹੈਗੇ ਵੀ ਉਹ ਨਾਲ ਲਗਾ ਕੇ ਦੇਣਗੇ? ਤੇ ਨਹੀਂ, ਇਹ ਆਵਾਜ਼ ਮਤਲਬ ਜੇ ਅਸੀਂ ਚੋਰ ਦੀ ਮਾਂ ਨੂੰ ਹੀ ਮਾਰ ਲਾਂਗੇ ਤਾਂ ਉਹਦੇ ਵਿੱਚ ਫਿਰ ਪੀਲ ਪੁਲਿਸ ਨੇ ਸਾਨੂੰ ਕਿਹਾ ਵੀ ਨਹੀਂ ਅਸੀਂ ਇਹਦੇ ਵਿੱਚ ਨਹੀਂ ਕੁਝ ਕਰ ਸਕਦੇ, ਪਰ ਇਹਦੇ ਬਾਰੇ ਫਿਰ ਜਿਹੜਾ GP ਸਿਟੀ ਆ ਉਹਦਾ ਨਾਲ ਗੱਲ ਹੋਣੀ ਚਾਹੀਦੀ ਹੈ। ਉਹਨਾਂ ਦੀ ਫੀਡਬੈਕ ਫਿਰ ਅਸੀਂ ਮਿਸਿਸਾਗਾ ਦੇ ਮੇਅਰ, ਬਰੈਂਪਟਨ ਦੇ ਮੇਅਰ ਦੇ ਦਫ਼ਤਰ ਤੱਕ ਲੈ ਕੇ ਗਏ। ਉਹਨਾਂ ਨੇ ਸਾਨੂੰ ਦੱਸਿਆ ਜੀ ਕਿ ਬਿਜ਼ਨਸ ਲਾਇਸੈਂਸਿੰਗ ਡਿਪਾਰਟਮੈਂਟ ਨਾਲ ਉਹ ਗੱਲ ਹੋਣੀ ਚਾਹੀਦੀ ਹੈ, ਉਹਨਾਂ ਤੱਕ ਲੈ ਕੇ ਗਏ ਤੇ ਫਿਰ ਅਖੀਰ ਤੇ ਉਹਨਾਂ ਦੀ ਫੀਡਬੈਕ ਜਿਹੜੀ ਇਹ ਆਈ ਜੀ ਪੀ ਅਸੀਂ ਆਉਣ ਵਾਲੇ ਸਮੇਂ 'ਚ ਜਦੋਂ ਬਾਈਲਾ ਚੇਂਜ ਕਰਨਾ ਇਸ ਫੀਡਬੈਕ ਦਾ ਖਿਆਲ ਰੱਖਾਂਗੇ। ਤੇ ਹੁਣ ਇਹਦੇ ਵਿੱਚ ਨੈਗੇਟਿਵ ਕੀ ਸੀਗਾ ਵੀ ਅਸੀਂ ਕਮਿਊਨਿਟੀ ਦੇ ਵਿੱਚੋਂ ਸ਼ੋਰ ਬੰਦ ਕਰਨਾ ਚਾਹੁੰਦੇ, ਕੀ ਨੈਗੇਟਿਵ ਹੈ ਇਹਦੇ ਵਿੱਚ? ਜਾਂ ਫਿਰ ਅਦਰਵਾਈਜ਼ ਆਪਾਂ ਰੋਡ ਸੇਫਟੀ ਦੇ ਸਿਲਸਿਲੇ 'ਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਜੀ ਅਵੇਅਰਨੈਸ ਪ੍ਰੋਗਰਾਮ ਚਲਾਉਂਦੇ ਆ, ਇਮੀਗ੍ਰੇਸ਼ਨ ਦੇ ਬਾਰੇ 'ਚ ਤਰ੍ਹਾਂ ਤਰ੍ਹਾਂ ਦੀਆਂ, ਵੀਜ਼ਾਸ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ, ਪਾਸਪੋਰਟ ਸਰਵਿਸ ਬਾਰੇ ਜਿਹੜਾ ਜੀ ਭੈਣ ਭਰਾਵਾਂ ਨੂੰ ਦੱਸਦੇ ਆ ਨਿੱਕੀ ਨਿੱਕੀ ਗੱਲ। ਸੋ ਇਸ ਕਰਕੇ ਜੀ ਵੀ ਜੇ 1.25 ਲੱਖ ਦੇ ਵਿੱਚੋਂ ਇੱਕ ਬੰਦਾ ਵੀ ਸਿੱਧੇ ਰਾਹ ਤੁਰ ਪਵੇ ਉੱਠ ਕੇ ਤੇ ਫਰਕ ਤੇ ਉਹ ਕੋਈ ਨਾ ਕੋਈ ਪਾ ਹੀ ਜਾਂਦਾ, ਪੋਜ਼ਿਟਿਵ ਹੋਵੇ ਜਾਂ ਨੈਗੇਟਿਵ। ਸੋ ਇਸ ਕਰਕੇ ਜੀ ਵੀ ਜਿੰਨੇ ਆਹ ਕੰਮ ਅਸੀਂ ਗਿਣਾਏ ਆ ਜਾਂ ਹੋਰ ਕਿੰਨਾ ਕੁਛ ਆ ਸਾਡੀ ਲਿਸਟ ਤੇ ਪ੍ਰੋਗਰਾਮ ਮੁੱਕ ਜਾਏਗਾ, ਸਾਡੇ ਕੰਮ ਨਹੀਂ ਮੁੱਕਣਗੇ ਤੇ ਇਹਦੇ ਵਿੱਚ ਨੈਗੇਟਿਵ ਕਿਹੜਾ ਆ? ਸੋ ਇਸ ਕਰਕੇ ਮੈਂ ਸਮਝਾਂਗਾ ਜੀ ਵੀ ਇਸ ਤਰ੍ਹਾਂ ਦੇ ਜਿਹੜੇ ਭੰਡੀ ਪ੍ਰਚਾਰ ਤੋਂ ਨੈਗੇਟਿਵ ਗੱਲਾਂ ਕਰਨ ਵਾਲੇ, ਅਫਵਾਹਾਂ ਫੈਲਾਉਣ ਵਾਲੀਆਂ ਸ਼ਕਤੀਆਂ ਲੋਕ ਹੈਗੇ, ਉਹਨਾਂ ਤੋਂ ਕਮਿਊਨਿਟੀ ਨੂੰ ਬਹੁਤ ਇਸ ਇਲੈਕਸ਼ਨ ਦੇ ਵਿੱਚ ਸਾਵਧਾਨ ਰਹਿਣਾ ਹੋਵੇਗਾ, ਯੂਨਾਈਟ ਹੋਣਾ ਹੋਵੇਗਾ, ਖਲਕਤ ਦੀ ਆਵਾਜ਼ ਜਿਹੜੀ ਆ ਜੀ ਬਣਨਾ ਹੋਵੇਗਾ। ਸੋ ਇਸ ਕਰਕੇ ਵਾਰਡ 9 ਤੇ 10 ਦੇ ਵਿੱਚ ਸਤਪਾਲ ਸਿੰਘ ਜੌਲ ਜਿਨ੍ਹਾਂ ਨੇ ਕਿ ਸਦਾ ਕਮਿਊਨਿਟੀ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ, ਏਕਤਾ ਦੀ ਗੱਲ ਕੀਤੀ ਹੈ, ਪੋਜ਼ਿਟਿਵ ਗੱਲ ਕੀਤੀ ਹੈ, ਜੇ ਉਹਨੂੰ ਪੋਜ਼ਿਟਿਵ ਸਮਝਿਆ ਜਾਵੇ ਤਾਂ ਡੂੰਘਾਈ ਦੇ ਵਿੱਚ ਜਾ ਕੇ। ਸੋ ਇਸ ਤਰ੍ਹਾਂ ਦੇ ਕੰਮ ਜਿਹੜੇ ਅਸੀਂ ਕਰਨੇ ਜਾਰੀ ਰੱਖਾਂਗੇ, ਸਾਡੇ ਵਿੱਚ ਪੂਰਾ ਜਜ਼ਬਾ ਹੈ। ਸੋ ਕਮਿਊਨਿਟੀ ਜਿੰਨਾ ਵੀ ਸਾਥ ਦੇਵੇਗੀ ਇਕਜੁੱਟ ਹੋ ਕੇ ਅਸੀਂ ਧੰਨਵਾਦ ਕਰਾਂਗੇ ਜੀ। ਜੀ ਜੌਲ ਸਾਹਿਬ, ਜਿਸ ਤਰ੍ਹਾਂ ਤੁਸੀਂ ਕਮਿਊਨਿਟੀ ਦੇ ਵਿੱਚ ਪਹਿਲਾਂ ਵੀ ਵਿਚਰਦੇ ਹੋ, ਕੰਮ ਕਰਦੇ ਹੋ, ਤੁਸੀਂ ਛੋਟੇ ਕੰਮਾਂ ਤੋਂ ਲਾ ਕੇ ਵੱਡੇ ਵੱਡੇ ਕੰਮਾਂ ਨੂੰ ਵੀ ਜਿਹੜੇ ਤੁਸੀਂ ਹੱਥ ਪਾਉਂਦੇ ਹੋ, ਮਿਨਿਸਟਰਾਂ ਤੱਕ ਹੀ, ਪ੍ਰਧਾਨ ਮੰਤਰੀ ਤੱਕ, ਇੰਡੀਆ ਤੱਕ ਵੀ ਤੁਸੀਂ ਅਪਰੋਚ ਕਰਦੇ ਹੋ, ਲੋਕਾਂ ਦੇ ਮਸਲਿਆਂ ਨੂੰ ਤੁਸੀਂ ਸਰਕਾਰਾਂ ਤੱਕ ਲੈ ਕੇ ਜਾਂਦੇ ਹੋ ਤੇ ਸਰਕਾਰਾਂ ਵੱਲੋਂ ਜਿਹੜੇ ਕੁਝ ਮਸਲੇ ਹੁੰਦੇ ਨੇ ਜਾਂ ਕੁਝ ਆਰਡਰ ਆਉਂਦੇ ਨੇ, ਨਵੇਂ ਆਰਡਰ ਆਉਂਦੇ ਨੇ, ਤੁਸੀਂ ਪਬਲਿਕ ਦੇ ਵਿੱਚ ਲੈ ਕੇ ਜਾਂਦੇ ਹੋ। ਤੁਸੀਂ ਆਪਣੀਆਂ ਬਹੁਤ ਵਧੀਆ ਸੇਵਾਵਾਂ ਪਹਿਲਾਂ ਹੀ ਦੇ ਰਹੇ ਹੋ। ਸਕੂਲ ਟਰੱਸਟੀ ਦੇ ਵਿੱਚ
ਸਾਡੇ ਵੀਰ ਦਾ ਇੱਕ ਹੁਣੇ ਮੈਸੇਜ ਆਇਆ, ਸਕੂਲ ਟਰਸਟੀ ਦੇ ਵਿੱਚ ਕੁਛ ਕੁ ਮੇਨ ਕੰਮ, ਜਦੋਂ ਸਕੂਲ ਟਰਸਟੀ ਜਿੱਤ ਜਾਂਦਾ ਹੈ ਉਹਦੇ ਕੁਛ ਕੁ ਮੇਨ ਕੰਮ ਕੀ ਕੀ ਹੁੰਦੇ ਨੇ? ਹਾਂ ਬਿਲਕੁਲ ਜੀ ਸੰਗਾ ਸਾਹਿਬ, ਇਸ ਤਰ੍ਹਾਂ ਜੀ ਵੀ ਇਹ ਜਿਸ ਤਰ੍ਹਾਂ ਕੋਈ ਵੀ ਇਲੈਕਟਡ ਅਫੀਸ਼ੀਅਲ ਆ, ਭਾਵੇਂ ਉਹ MPP ਹੋਵੇ ਜਾਂ MP ਹੋਵੇ, ਕੌਂਸਲਰ ਹੋਵੇ, ਰੀਜਨਲ ਕੌਂਸਲ ਹੋਵੇ, ਮੇਅਰ ਹੋਵੇ, ਵੀ ਉਹ ਇੱਕ ਤਰ੍ਹਾਂ ਨਾਲ ਇਹ ਕਮਿਊਨਿਟੀ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਹੁੰਦਾ ਹੀ ਇਹ ਆ ਵੀ ਜਿਹੜੇ ਲੋਕ ਇਲੈਕਟ ਕਰਕੇ ਆਪਣਾ ਰਿਪਰੈਜ਼ੈਂਟੇਟਿਵ ਭੇਜਦੇ ਆ ਗਵਰਨਮੈਂਟ ਦੇ ਵਿੱਚ, ਉਹ ਇੱਕ ਤਰੀਕੇ ਨਾਲ ਬ੍ਰਿਜ ਦੇ ਤੌਰ ਤੇ, ਇੱਕ ਨੁਮਾਇੰਦੇ ਦੇ ਤੌਰ ਤੇ, ਇੱਕ ਕਮਿਊਨਿਟੀ ਦਾ ਐਡਵੋਕੇਟ ਆਪਣੀ ਰਾਈਡਿੰਗ ਦਾ ਹੋਣ ਦੇ ਤੌਰ ਤੇ ਕੰਮ ਕਰਨ ਲਈ ਰਿਸਪੌਂਸੀਬਲ ਤੇ ਅਕਾਊਂਟੇਬਲ ਹੁੰਦਾ। ਸੋ ਇਸ ਕਰਕੇ ਇਹ ਹੈ ਜੀ ਵੀ ਇਹ ਸਕੂਲ ਲੈਵਲ ਤੇ ਵੀ ਡੈਮੋਕ੍ਰੇਸੀ ਨੂੰ ਇਸ ਮੁਲਕ ਦੇ ਵਿੱਚ ਇੱਥੋਂ ਤੱਕ ਐਂਕਰ ਕੀਤਾ ਗਿਆ ਵੀ ਸਕੂਲ ਸਿਸਟਮ ਵੀ ਜਿਹੜਾ ਉੱਦਾਂ ਚੱਲਣਾ ਚਾਹੀਦਾ ਜਿੱਦਾਂ ਲੋਕ ਚਾਹੁੰਦੇ ਆ। ਹੁਣ ਜਿੱਦਾਂ ਲੋਕ ਚਾਹੁੰਦੇ ਉਹ ਕਿੱਦਾਂ ਸੌਖਾ ਸੰਭਵ ਹੋ ਸਕਦਾ? ਆਪਾਂ ਦੇਖਦੇ ਹਾਂ ਜੀ ਵੀ ਸਾਡੇ ਉੱਥੇ ਸਕੂਲ ਬੋਰਡ ਆ ਜਿਹੜੇ ਭਾਰਤ ਦੇ ਵਿੱਚ, ਦਿੱਲੀ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵੀ ਉਹਦੇ ਮੈਂਬਰ ਗਵਰਨਮੈਂਟ ਨੇ ਅਪੁਆਇੰਟ ਕਰਨੇ ਆ। ਕਦੋਂ ਉਹਨਾਂ ਨੇ ਕਿਹੜੀਆਂ ਨੀਤੀਆਂ ਬਣਾ ਕੇ ਲਾਗੂ ਕਰ ਦੇਣੀਆਂ ਲੋਕਾਂ ਨੂੰ ਕਦੇ ਪਤਾ ਵੀ ਨਹੀਂ ਲੱਗਦਾ। ਇੱਥੇ ਲੇਕਿਨ ਕਿ ਇਹ ਹੈ ਜੀ ਵੀ ਹੈ ਤਾਂ ਉਹ ਸਕੂਲ ਬੋਰਡ, ਉਹਦੇ ਜਿਹੜੇ ਬੋਰਡ ਦੇ ਮੈਂਬਰ ਆ ਵੀ ਉਹ ਸਰਕਾਰ ਨੇ ਅਪੁਆਇੰਟ ਨਹੀਂ ਕਰਨੇ, ਲੋਕਾਂ ਨੇ ਆਪ ਚੁਣ ਕੇ ਭੇਜਣੇ ਆ। ਤੇ ਇਹਦੀ ਭਾਵਨਾ ਹੀ ਖਾਸ ਤੌਰ ਤੇ ਇਹਦੇ ਵਿੱਚ ਇਹ ਆ ਵੀ ਤਾਂ ਕਿ ਉਹ ਲੋਕਾਂ ਦੀ ਗੱਲ, ਲੋਕਾਂ ਦੀ ਭਾਵਨਾ, ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸਮਝਣ ਵਾਲੇ ਲੋਕ ਹੋਣਗੇ, ਕਿਉਂਕਿ ਤਾਂ ਉਹਨੂੰ ਹੀ ਚੁਣਨਗੇ ਨਾ ਜਿਹਨੂੰ ਉਹ ਸਮਝਦੇ ਆ ਵੀ ਹਾਂਜੀ ਆਹ ਵਿਅਕਤੀ ਬਿਲਕੁਲ ਠੀਕ ਆ, ਸਾਰੀਆਂ ਮੁਸ਼ਕਿਲਾਂ ਨੂੰ ਸਮਝਣ ਵਾਲਾ ਹੈ ਜੀ, ਤੇ ਲਗਾਤਾਰਤਾ ਦੇ ਨਾਲ ਇਹ ਹਾਰਡ ਵਰਕਿੰਗ ਪਰਸਨ ਹੈਗਾ, ਤੇ ਇਹਨੂੰ ਅਸੀਂ ਚੁਣ ਕੇ ਭੇਜ ਰਹੇ ਹਾਂ। ਅੱਛਾ, ਜਿਹਨੂੰ ਉਹ ਚੁਣ ਕੇ ਫਿਰ ਭੇਜਣਗੇ ਤੇ ਨੈਚੁਰਲੀ ਆ ਫਿਰ ਉਹ ਉਹਨਾਂ ਇਸ਼ੂਜ਼ ਤੇ ਕੰਮ ਕਰਨ ਲਈ ਅਕਾਊਂਟੇਬਲ ਵੀ ਆ ਤੇ ਕਰੂਗਾ ਵੀ, ਕਿਉਂਕਿ ਪ੍ਰੋਮਿਸ ਕੀਤਾ ਹੋਇਆ। ਹੁਣ ਜੇ ਉੱਥੇ ਅਸੀਂ ਛੋਟੀ ਕੁਰਸੀ ਜਾ ਕੇ ਫਿਰ ਵੱਡੀ ਕੁਰਸੀ ਦੀ ਦੌੜ ਵਿੱਚ ਪੈ ਜਾਈਏ ਵੀ ਹੁਣ ਮੈਂ MP ਬਣਨਾ, MLA ਬਣਨਾ, ਉਹਦੇ ਗੱਲ ਹੈਗੀ ਵੱਖਰੀ। ਪਰ ਅਸੀਂ ਕਿਉਂਕਿ ਜਜ਼ਬੇ ਵਾਲੇ ਵਿਅਕਤੀ ਹਾਂ, ਸਦਾ ਕੰਮ ਕੀਤੇ ਨੇ, ਕੰਮ ਕਰ ਰਹੇ ਹਾਂ ਤੇ ਕੰਮ ਕਰਨੇ ਹੈ। ਸੋ ਇਸ ਕਰਕੇ ਅਸੀਂ ਜੇ ਇਲੈਕਟ ਹੁੰਦੇ ਹਾਂ ਤੇ ਵਾਕਈ ਉੱਥੇ ਜਾ ਕੇ ਕਮਿਊਨਿਟੀ ਦੀ ਗੱਲ ਕਰਨੀ ਹੈ। ਸੋ ਇਸ ਤਰ੍ਹਾਂ ਆ ਜੀ ਵੀ ਕੁੱਲ ਮਿਲਾ ਕੇ ਇਹ ਜਿਹੜਾ ਇੱਕ ਤੇ ਖਾਸ ਤੌਰ ਤੇ ਜਿਹੜਾ ਸਕੂਲਾਂ ਨੂੰ ਫੰਡਿੰਗ ਮਿਲਦੀ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਵੱਲੋਂ, ਉਹ ਜਿਹੜੀ ਫੰਡਿੰਗ ਆ ਕਿਸ ਤਰੀਕੇ ਦੇ ਨਾਲ ਐਜੂਕੇਸ਼ਨ ਸਿਸਟਮ ਦੇ ਵਿੱਚ ਰੀਜਨਲੀ ਐਲੋਕੇਟ ਕੀਤੀ ਜਾਣੀ ਆ, ਇਹ ਬੋਰਡ ਦੀ ਖਾਸ ਤੌਰ ਤੇ ਰਿਸਪੌਂਸਿਬਿਲਿਟੀ ਹੁੰਦੀ ਆ। ਪਰ ਇਹਦੇ ਨਾਲ ਹੀ ਵੀ ਖਾਸ ਤੌਰ ਤੇ ਜਿਹੜੀਆਂ ਇਹ ਅਦਰਵਾਈਜ਼ ਜਾਣੀ ਮੀਟਿੰਗਾਂ ਦੇ ਵਿੱਚ ਰੈਗੂਲਰ ਕੱਲ੍ਹ ਵੀ ਡਿਊਟੀਜ਼ ਆ ਸਕੂਲ ਟਰਸਟੀ ਦੀਆਂ ਬੀਇੰਗ ਇਹ ਕਮਿਊਨਿਟੀ ਐਡਵੋਕੇਟ ਜਾਂ ਐਜੂਕੇਸ਼ਨ ਪੋਲਿਸੀ ਤੇ ਜਿਹੜਾ ਜੀ ਉਹਨਾਂ ਨੇ ਐਕਟ ਕਰਨਾ, ਉਹ ਗੱਲ ਵੱਖਰੀ ਕਰਕੇ ਵੀ ਅਦਰਵਾਈਜ਼ ਵੀ ਕਮਿਊਨਿਟੀ ਦੇ ਵਿੱਚ ਸਕੂਲਾਂ ਦੇ ਨਾਲ ਸੰਬੰਧਿਤ ਜਿਹੜੇ ਇਸ਼ੂਜ਼ ਆ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਮਿਊਨਿਟੀ ਦੀ ਮੁਸ਼ਕਿਲ ਆ ਉਹ ਸਕੂਲ ਟਰਸਟੀ ਨੇ ਵਿੱਚ ਪੈ ਕੇ ਕਹਿ ਲਓ ਕਿ ਕੜੀ ਬਣ ਕੇ ਉਹਨਾਂ ਨੂੰ ਰਿਜ਼ੋਲਵ ਕਰਨਾ ਹੁੰਦਾ, ਜਾਂ ਇਹੋ ਜਿਹੇ ਆਈਡੀਆ ਵੀ ਉਹ ਰਿਜ਼ੋਲਵ ਕਿੱਦਾਂ ਹੋ ਸਕਦੇ ਆ ਉਹ ਬੋਰਡ ਦੇ ਵਿੱਚ ਜਾ ਕੇ ਡਿਸਕਸ ਕਰਨੇ ਹੁੰਦੇ ਆ। ਇੱਕ ਟੀਮ ਬਣਾਉਣੀ ਹੁੰਦੀ ਆ, ਬਾਕੀ ਬੋਰਡ ਮੈਂਬਰਾਂ ਨੂੰ ਐਗਰੀ ਕਰਨਾ ਹੁੰਦਾ ਵੀ ਆਹ ਜਿਹੜਾ ਇਸ਼ੂ ਆ ਜੀ ਵੀ ਪਬਲਿਕ ਇੰਟਰਸਟ ਦੇ ਵਿੱਚ ਤੁਰੰਤ ਇਸ ਨੂੰ ਹੱਲ ਕੀਤਾ ਜਾਣਾ ਚਾਹੀਦਾ, ਤੇ ਫਿਰ ਉਸ ਤਰ੍ਹਾਂ ਜਿਹੜੀ ਜੀ ਵੀ ਪਾਲਿਸੀ ਆ ਉਹ ਮੋਡੀਫਾਈ ਕੀਤੀ ਜਾ ਸਕਦੀ ਆ। ਬਹੁਤ ਵਾਰ ਸਕੂਲਾਂ ਦੇ ਵਿੱਚ ਪੇਰੈਂਟਸ ਨੂੰ ਮੁਸ਼ਕਿਲਾਂ ਕੀ ਆਉਂਦੀਆਂ ਵੀ ਉਹ ਟੀਚਰਸ ਨਾਲ, ਪ੍ਰਿੰਸੀਪਲਸ ਨਾਲ ਇਸ ਕਰਕੇ ਵੀ ਗੁੱਸੇ ਰਹਿੰਦੇ ਆ ਵੀ ਉਹ ਜਿਹੜਾ ਕੰਮ ਉਹਨਾਂ ਨੂੰ ਕਹਿੰਦੇ ਆ ਵੀ ਇੱਦਾਂ ਹੋਣਾ ਚਾਹੀਦਾ ਉੱਦਾਂ ਉਹ ਕਰਦੇ ਨਹੀਂ, ਰਿਫਿਊਜ਼ ਕਰਦੇ ਨੇ, ਡਿਨਾਈ ਕੀਤਾ ਜਾਂਦਾ। ਉਹਦੇ ਨਾਲ ਫਰਸਟ੍ਰੇਸ਼ਨ ਆ ਜਿਹੜੀ ਆ ਵੱਧਦੀ ਆ ਜਦੋਂ ਇਨਕਾਰ ਹੁੰਦਾ ਭੈਣ ਭਰਾਵਾਂ ਨੂੰ। ਪਰ ਦੂਸਰੇ ਪਾਸੇ ਉਹ ਜਿਹੜਾ ਸਕੂਲ ਚਲਾ ਰਹੇ ਸਿਸਟਮ, ਪ੍ਰਿੰਸੀਪਲ, ਟੀਚਰਸ ਹੈਗੇ ਆ, ਉਹਨਾਂ ਦੇ ਵੀ ਹੱਥ ਬੱਝੇ ਹੋਏ ਆ ਕਿਉਂਕਿ ਉਹ ਪਾਲਿਸੀ ਤੋਂ ਬਾਹਰ ਨਹੀਂ ਜਾ ਸਕਦੇ। ਸੋ ਹੁਣ ਜੇ ਪਾਲਿਸੀ ਇਸ ਤਰ੍ਹਾਂ ਦੀ ਕੋਈ ਡਿਜ਼ਾਈਨ ਕੀਤੀ ਹੋਈ ਆ ਵੀ ਉਹ ਪ੍ਰਿੰਸੀਪਲ ਉਹਨੂੰ ਉਹਦੇ ਤੋਂ ਬਾਹਰ ਜਾ ਹੀ ਨਹੀਂ ਸਕਦੇ, ਤੇ ਫਿਰ ਉਹ ਜਿੰਨਾ ਚਿਰ ਪਾਲਿਸੀ ਬੋਰਡ ਦੇ ਵਿੱਚ ਜਾ ਕੇ ਚੇਂਜ ਨਹੀਂ ਹੁੰਦੀ ਉਹਨਾਂ ਚਿਰ ਉਹ ਭੈਣ ਭਰਾਵਾਂ ਦੀ ਕਹਿ ਲਓ ਵੀ ਜੋ ਵੀ ਰਿਕੁਐਸਟ ਆ ਉਹ ਪੂਰੀ ਨਹੀਂ ਕੀਤੀ ਜਾ ਸਕਦੀ। ਖਾਸ ਤੌਰ ਤੇ ਜੀ ਵੀ ਇਹ ਬੱਸਿੰਗ ਦੇ ਸਿਲਸਿਲੇ ਦੇ ਵਿੱਚ ਲੰਬੇ ਸਮੇਂ ਤੋਂ ਆਪਾਂ ਦੇਖਦੇ ਹਾਂ ਵੀ ਲੋ ਇਨਕਮ ਫੈਮਲੀਜ਼ ਜਾਂ ਫਿਰ ਖਾਸ ਤੌਰ ਤੇ ਮਿਡਲ ਕਲਾਸ ਫੈਮਲੀਜ਼ ਨੂੰ ਸਟਰਗਲ ਕਰਨਾ ਪੈਂਦਾ। ਬਹੁਤ ਸਾਰੇ ਕੋਰਸਿਸ ਇਹੋ ਜਿਹੇ ਆ ਜਿਨ੍ਹਾਂ ਦੇ ਵਿੱਚ ਇਸ ਕਰਕੇ ਪੇਰੈਂਟਸ ਜਿਹੜੇ ਆ ਜੀ ਵੀ ਉਹ ਬੱਸ ਜਿਹੜੀ ਅਫੋਰਡ ਨਾ ਕਰਦੇ ਹੋਣ ਕਰਕੇ ਬੱਚੇ ਦਾ ਫਿਊਚਰ ਖਤਰੇ 'ਚ ਪੈ ਜਾਂਦਾ ਵੀ ਜਿੰਨਾ ਮਰਜ਼ੀ ਉਹ ਮਿਹਨਤੀ ਲਾਇਕ ਹੋਵੇ, ਪਰ ਜੇ ਬੱਚੇ ਦੀ ਉਹ ਬੱਸਿੰਗ ਜਿਹੜੀ ਆ ਅਫੋਰਡ ਨਹੀਂ ਫੈਮਿਲੀ ਕਰ ਪਾਉਂਦੀ ਤੇ ਉਹ RLCP ਜਾਂ ਇਸ ਤਰ੍ਹਾਂ ਦੇ ਜਿਹੜੇ IB ਕੋਰਸਿਸ ਹੈਗੇ ਆ ਉਹਨਾਂ ਦੇ ਵਿੱਚ ਉਹ ਬੱਚੇ ਜਿਹੜੇ ਭਾਵੇਂ ਸਿਲੈਕਟ ਵੀ ਹੋ ਜਾਣ ਤੇ ਫਿਰ ਕਈ ਵਾਰੀ ਰਹਿ ਜਾਂਦੇ ਆ। ਸੋ ਇਸ ਕਰਕੇ ਲੱਗਦਾ ਇਹ ਆ ਜਿਹੜਾ ਇਹ ਬੱਸਿੰਗ ਦਾ ਲੰਬੇ ਸਮੇਂ ਤੋਂ ਚੱਲਿਆ ਆਉਂਦਾ ਇਸ਼ੂ ਆ, ਖਾਸ ਤੌਰ ਤੇ ਇਹ RLCP ਤੇ IB ਦੇ ਜਿਹੜੇ ਸਪੈਸ਼ਲ ਕੋਰਸਿਸ ਹੈਗੇ ਆ ਜਿਹਦੇ ਵਿੱਚ ਕੰਪੀਟੀਟਿਵ ਪ੍ਰੋਸੈਸ ਦੇ ਰਾਹੀਂ ਬੱਚੇ ਜਿਹੜੇ ਆ ਸਿਲੈਕਟ ਹੁੰਦੇ ਆ, ਕਿ ਉਹ ਕਿਸ ਤਰ੍ਹਾਂ ਜੀ ਵੀ ਬੋਰਡ ਹੋਰ ਹੈਲਪਫੁਲ ਹੋ ਸਕਦਾ ਪੇਰੈਂਟਸ ਦੇ ਲਈ ਕਿ ਜਿਹੜੀ ਆ ਬੱਸਿੰਗ ਆ ਅਫੋਰਡੇਬਲ ਤਰੀਕੇ ਦੇ ਨਾਲ ਜਿਹੜੀ ਆ ਉਹ ਮੈਨੇਜ ਕੀਤੀ ਜਾ ਸਕੇ। ਇਸ ਤੇ ਮੈਂ ਸਮਝਾਂਗਾ ਜੀ ਵੀ ਕਮਿਊਨਿਟੀ ਦੀਆਂ ਫੀਲਿੰਗਸ ਦੇ ਮੁਤਾਬਕ ਕੰਮ ਕਰਨ ਦੀ ਲੋੜ ਹੈ ਜੀ। ਦੂਸਰਾ ਮੈਂ ਸਮਝਦਾ ਜੀ ਵੀ ਇਹ ਸਿਟੀ ਦੇ ਨਾਲ ਕੋਈ ਨਾ ਕੋਈ ਇਸ ਤਰ੍ਹਾਂ ਦਾ ਜਿਹੜਾ ਜੀ ਉਹ ਐਡਵੋਕੇਸੀ ਕੀਤੀ ਜਾ ਸਕਦੀ ਆ ਬਰੈਂਪਟਨ ਟਰਾਂਜ਼ਿਟ ਦੇ ਨਾਲ, ਸਿਟੀ ਆਫ ਬਰੈਂਪਟਨ ਦੇ ਨਾਲ,
ਜਿਸ ਤਰ੍ਹਾਂ ਕਿ ਉਹਨਾਂ ਨੇ ਸੀਨੀਅਰਸ ਨੂੰ ਇੱਕ ਬੱਸ ਪਾਸ ਦਿੱਤਾ ਹੋਇਆ ਵੀ ਸਾਰੇ ਸ਼ਹਿਰ 'ਚ ਜਿੱਥੇ ਮਰਜ਼ੀ ਆਇਆ ਜਾਇਆ ਜਾ ਸਕਦਾ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ। ਇੱਦਾਂ ਮੈਂ ਸਮਝਾਂਗਾ ਜੀ ਵੀ ਜਿਹੜੇ ਟੀਨਏਜਰਸ ਹੈਗੇ ਆ ਸਾਡੇ ਇਹ ਸਕੂਲਾਂ ਦੇ ਵਿੱਚ ਜਾਣ ਵਾਲੇ ਬੱਚੇ ਹੈਗੇ ਆ, ਹਾਈ ਸਕੂਲਾਂ ਦੇ ਖਾਸ ਤੌਰ 'ਤੇ ਵੀ ਉਹਨਾਂ ਦੇ ਜਿਹੜੇ ਇਹ ਐਕੈਡੈਮਿਕ ਜਾਂ ਅਦਰਵਾਈਜ਼ ਸਪੋਰਟਸ ਦੇ ਪ੍ਰੋਗਰਾਮ ਹੈਗੇ ਆ ਵੀ ਉਹਨਾਂ 'ਤੇ ਜਿਹੜਾ ਇੱਕ ਪੇਰੈਂਟ ਜੇ ਕਿਸੇ ਬੱਚੇ ਕੋਲ ਨਹੀਂ ਵੀ ਹੈਗਾ ਵੀ ਉਹ ਸਕੂਲੋਂ ਲਿਆਉਣ ਲਿਜਾਣ ਦਾਦਾ ਦਾਦੀ ਮਤਲਬ ਇਹੋ ਜਿਹੇ ਬੱਚੇ ਜਿਹੜੇ ਬਹੁਤ ਜ਼ਿਆਦਾ ਕਿਸਮਤ ਵਾਲੇ ਨਹੀਂ ਹੈਗੇ ਵੀ ਉਹ ਇਸ ਗੱਲੋਂ ਹੀ ਘਰੇ ਉਹਨਾਂ ਨੂੰ ਬੈਠਣਾ ਪੈਂਦਾ ਵੀ ਕਿਉਂਕਿ ਉਹਨਾਂ ਨੂੰ ਕੋਈ ਲਿਜਾਣ ਤੇ ਲਿਆਉਣ ਵਾਲਾ ਹੈ ਨਹੀਂਗਾ ਜੀ। ਇਹ ਐਕਸਟਰਾ ਕਰਿਕੂਲਮ ਦੇ ਜਿਹੜੇ ਪ੍ਰੋਗਰਾਮ ਹੈਗੇ ਆ ਉਹਦੇ ਵਿੱਚ ਜੇ ਪਰ ਹੁਣ ਬੱਸ ਅਵੇਲੇਬਲ ਹੋਏਗੀ ਤੇ ਬੱਚਾ ਆਪ ਵੀ ਆ ਤੇ ਜਾ ਸਕਦਾ। ਤਦ ਕਰਕੇ ਅਸੀਂ ਇਸ ਚੀਜ਼ ਨੂੰ ਐਡਵੋਕੇਟ ਕਰਨਾ ਚਾਹੁੰਦੇ ਹਾਂ ਬਰੈਂਪਟਨ ਟਰਾਂਜ਼ਿਟ ਦੇ ਨਾਲ, ਸਿਟੀ ਆਫ ਬਰੈਂਪਟਨ ਦੇ ਨਾਲ, ਕਿ ਭਈ ਕੋਈ ਇਸ ਤਰ੍ਹਾਂ ਦਾ ਫ੍ਰੀ ਬੱਸ ਪਾਸ ਜਿਹੜਾ ਇਹ ਸਕੂਲ ਸਟੂਡੈਂਟਸ ਨੂੰ ਵੀ ਦਿੱਤਾ ਜਾਵੇ। ਪੀਲ ਦੇ ਜਿਹੜੇ ਸਾਡੇ ਟੈਕਸ ਪੇਅਰ ਪੇਰੈਂਟਸ ਦੇ ਬੱਚੇ ਹੈਗੇ ਸਕੂਲਾਂ 'ਚ ਪੜ੍ਹਦੇ ਵੀ ਉਹਨਾਂ ਦਾ ਇਹ ਬੱਸ ਪਾਸ ਹੈ ਜਿਹੜਾ ਉਹਨਾਂ ਲਈ ਸਹਾਈ ਹੋਵੇ। ਇਹ ਜਿਹੜੀਆਂ ਟਰਾਂਜ਼ਿਟ ਬੱਸਿਸ ਹੈਗੀਆਂ ਬਰੈਂਪਟਨ ਦੀਆਂ ਸਰਕਾਰੀ ਬੱਸਾਂ ਕਹਿ ਲਓ ਵੀ ਉਹਦੇ ਵਿੱਚ ਸਿਟੀ ਵਾਈਡ ਉਹ ਇੱਧਰ ਉੱਧਰ ਆ ਜਾ ਸਕਣ ਬਿਨਾਂ ਕਿਸੇ ਵਾਧੂ ਖਰਚੇ ਤੋਂ। ਉਹਦੇ ਵਿੱਚ ਲੱਗਦਾ ਪੇਰੈਂਟਸ ਨੂੰ ਜਿਹੜਾ ਜੀ ਕਾਫੀ ਹੈਲਪ ਇਸ ਸਿਲਸਿਲੇ 'ਚ ਹੋ ਸਕਦੀ ਆ। ਦੂਸਰਾ ਜਿਹੜਾ ਇਹ ਪੇਰੈਂਟਸ ਤੇ ਟੀਚਰਸ ਸਾਰਾ ਸਾਲ ਕਈ ਵਾਰੀ ਗੱਲ ਨਹੀਂ ਕਰਦੇ ਜਾਂ ਜਦੋਂ ਟੀਚਰਸ ਨੇ ਕਿਤੇ ਮੀਟਿੰਗ ਬੁਲਾਈ ਮਾੜਾ ਮੋਟਾ ਪੇਰੈਂਟਸ ਜਾਏ, ਲੱਗਦਾ ਕਿ ਥੋੜਾ ਇਸ ਟੀਮ ਨੂੰ ਵੀ ਹੋਰ ਕਮਿਊਨੀਕੇਸ਼ਨ ਦੇ ਨਾਲ ਟਰਸਟੀ ਇੱਕ ਕੜੀ ਦੇ ਵਜੋਂ ਜ਼ਿਆਦਾ ਸਟਰੋਂਗ ਕਰ ਸਕਦਾ ਤਾਂ ਕਿ ਬੱਚੇ ਦੇ ਬੈਟਰ ਫਿਊਚਰ ਦੇ ਲਈ ਟੀਚਰ ਤੇ ਜਿਹੜੇ ਪੇਰੈਂਟਸ ਆ ਇੱਕ ਟੀਮ ਵਜੋਂ ਕੰਮ ਕਰ ਸਕਣ। ਜੀ ਜੌਲ ਸਾਹਿਬ, ਅਸੀਂ ਜਾਣਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਕੰਪੇਨ ਵਿੱਚ ਬਿਜੀ ਹੋ ਅਤੇ ਆਖਰ ਦੇ ਵਿੱਚ ਅਤੇ ਤੁਹਾਡੀ ਟੀਮ ਦੇ ਵਿੱਚ ਸ਼ਾਮਲ ਹੋਣ ਲਈ ਕਿਸ ਨੰਬਰ 'ਤੇ, ਜਿਸ ਤਰ੍ਹਾਂ ਨੰਬਰ ਸਾਰਿਆਂ ਕੋਲ ਅਸੀਂ ਦੱਸਦੇ ਵੀ ਰਹਿੰਦੇ ਹਾਂ, ਤੁਸੀਂ ਦੱਸ ਸਕਦੇ ਹੋ ਵੀ ਕਿੱਥੇ ਕਾਲ ਕਰਕੇ ਉਹ ਟੀਮ ਵਿੱਚ ਸ਼ਾਮਲ ਹੋ ਕੇ ਆਪ 9-10 ਵਾਰ 'ਚ ਜਾਂ ਰਹਿੰਦੇ ਆ ਜਾਂ ਉਹਨਾਂ ਦੇ ਰਿਸ਼ਤੇਦਾਰ ਆ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਤੱਕ ਉਹਨਾਂ ਨੂੰ ਸੰਪਰਕ ਕਰਨਾ, ਉਹ ਤੁਹਾਡੇ ਕੋਲ ਹੋਰ ਜਾਣਕਾਰੀ ਲੈ ਸਕਦੇ ਨੇ ਕਾਲ ਕਰਕੇ। ਅਤੇ ਆਖਰ ਦੇ ਵਿੱਚ ਇਹ ਸਾਨੂੰ ਜਾਣਕਾਰੀ ਸਾਡੇ ਸਰੋਤਿਆਂ ਨੂੰ 9-10 ਵਾਰਡ ਦੇ ਵਿੱਚ ਉਹ ਕਿਸ ਤਰ੍ਹਾਂ ਕੰਮ ਕਰ ਸਕਦੇ ਨੇ, ਸੁਝਾਅ ਦਿਓ ਜੀ। ਹਾਂ ਬਿਲਕੁਲ ਜੀ ਸੰਗਾ ਸਾਹਿਬ, ਵੈਸੇ ਤਾਂ ਭੈਣ ਭਰਾ ਸਾਡੇ ਆਪਣੇ ਹੀ ਐਡਵੋਕੇਟ ਆ ਜੀ, ਆਪਣੇ ਜਿਹੜੇ ਕਾਂਟੈਕਟਸ ਉਹਨਾਂ ਦੇ ਹੈਗੇ ਆ ਉਹਨਾਂ ਤੱਕ ਸਾਡਾ ਜਿਹੜਾ ਜੀ ਕਾਰਡ ਆ ਇਨਫੋਰਮੇਸ਼ਨ ਆ ਉਹ ਫਾਰਵਰਡ ਕੀਤੀ ਜਾ ਰਹੀ ਹੈ। ਕਾਫੀ ਸੋਸ਼ਲ ਮੀਡੀਆ ਨੂੰ ਜਿਹੜਾ ਜੀ ਬਿਜ਼ੀ ਰੱਖਿਆ ਜਾ ਰਿਹਾ ਹੈ। ਸੋ ਇਸ ਕਰਕੇ ਜੀ ਉਹਨਾਂ ਸਾਰੇ ਭੈਣ ਭਰਾਵਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ। ਸੰਗਾ ਸਾਹਿਬ ਤੁਹਾਡਾ, ਤੁਹਾਡੀ ਸਮੁੱਚੀ ਟੀਮ ਦਾ, ਪਵਨ ਜੀ ਦਾ, ਸਰਬਜੀਤ ਜੀ ਦਾ ਵੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਕਿ ਪਹਿਲੇ ਦਿਨ ਤੋਂ ਸਾਡੀ ਲਗਾਤਾਰਤਾ ਦੇ ਨਾਲ ਸਹਾਇਤਾ ਬਹੁਤ ਕੀਤੀ ਹੈ। ਤੁਸੀਂ ਵਾਰਡ 10 ਦੇ ਵਿੱਚ ਹੈਗੇ ਹੋ, ਤੁਸੀਂ ਜਿੰਨੀ ਹੈਲਪ ਕਰ ਰਹੇ ਹੋ ਇਸ ਦੇ ਲਈ ਤੁਹਾਡਾ ਧੰਨਵਾਦ। ਤੇ ਜਿਹੜੇ ਵੀ ਭੈਣ ਭਰਾ ਜੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਥੋੜ੍ਹੀ ਬਹੁਤੀ ਵੀ ਮਦਦ ਕਰ ਸਕਦੇ ਆ ਕਿ ਰੋਜ਼ ਸਾਡੇ ਲਈ 5-7 ਮਿੰਟ ਕੱਢ ਕੇ ਫੋਨ ਹੀ ਕਰ ਸਕਦੇ ਆਪਣੇ ਕਾਂਟੈਕਟਸ ਨੂੰ, ਤਾਂ ਜਦ ਸਾਡੇ ਕੋਲੋਂ ਕਾਂਟੈਕਟਸ ਲਏ ਜਾ ਸਕਦੇ ਫੋਨ ਕਰਨ ਦੇ ਲਈ ਤੇ ਜ਼ਰੂਰ 416 895 3784 ਟੈਲੀਫੋਨ ਨੰਬਰ ਤੇ ਫੋਨ ਕੀਤਾ ਜਾ ਸਕਦਾ ਜੀ। 4168953784 4168953784 ਇਹ ਟੈਲੀਫੋਨ ਨੰਬਰ ਹੈ। ਇਹਦੇ ਤੇ ਮੇਰੇ ਨਾਲ ਸੰਪਰਕ ਕਰਕੇ ਤੇ ਜ਼ਰੂਰ ਸਾਡੀ ਟੀਮ ਦਾ ਹਿੱਸਾ ਬਣਿਆ ਜਾ ਸਕਦਾ। ਤੇ ਜਾਂ ਫਿਰ ਕਿਉਂਕਿ ਕਮਿਊਨਿਟੀ ਆਪ ਹੀ ਸਾਡੀ ਟੀਮ ਹੈ ਜੀ, ਆਪ ਹੀ ਤੁਸੀਂ ਸਾਰੀ ਸਾਡੀ ਟੀਮ ਹੋ। ਜਿੱਥੇ ਜਿੱਥੇ ਜੋ ਵੀ ਕੁਝ ਕਰੋਗੇ ਵਾਰਡ 9 ਤੇ 10 ਦੇ ਵਿੱਚ ਸਾਡੀ ਵੋਟ ਦੇ ਵਾਸਤੇ, ਸਹਾਇਤਾ ਵਾਸਤੇ, ਉਹਦੇ ਲਈ ਅਸੀਂ ਧੰਨਵਾਦੀ ਹੋਵਾਂਗੇ। ਸੋ ਸੰਪਰਕ ਕੀਤਾ ਜਾ ਸਕਦਾ ਹੈ 416 895 3784। ਸਤਪਾਲ ਸਿੰਘ ਜੌਲ, ਵਾਰਡ 9 ਤੇ 10 ਦੇ ਵਿੱਚ ਸਕੂਲ ਟਰਸਟੀ ਕੈਂਡੀਡੇਟ ਹਾਂ ਜੀ। ਜੀ ਜੌਲ ਸਾਹਿਬ ਬਹੁਤ ਬਹੁਤ ਧੰਨਵਾਦ ਤੇ ਜ਼ਰੂਰ ਤੁਸੀਂ ਸਮਾਂ ਕੱਢਿਆ ਤੇ ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਜੀ ਸੰਗਾ ਸਾਹਿਬ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਦੋਸਤੋ, ਰੇਡੀਓ ਸਫ਼ਰ ਦੇ ਵਿੱਚ ਤੁਸੀਂ ਸਫ਼ਰ ਕਰ ਰਹੇ ਹੋ 11 ਤੋਂ 12। ਰੇਡੀਓ ਸਫ਼ਰ ਦੇ ਵਿੱਚ ਤੁਸੀਂ ਗੱਲਾਂ ਬਾਤਾਂ ਸੁਣਦੇ ਹੋ, ਖਬਰਾਂ ਸੁਣਦੇ ਹੋ ਅਤੇ ਗੀਤ ਸੰਗੀਤ ਵੀ ਸੁਣਦੇ ਨੇ। ਸਾਡੇ ਨਾਲ ਜੁੜ ਚੁੱਕੇ ਨੇ ਸਾਡੀ ਟੀਮ ਪਵਨ ਜੀ। ਪਵਨ ਜੀ ਸਵਾਗਤ ਜੀ। ਬਹੁਤ ਬਹੁਤ ਧੰਨਵਾਦ ਜੀ। ਸਫ਼ਰ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਜੀ ਨਿੱਘਾ ਸਵਾਗਤ ਹੈ। ਤੇ ਅੱਜ ਅਸੀਂ ਦੱਸ ਦਈਏ ਜੀ ਪਹੁੰਚੀ ਹੋਈ ਹੈ ਸਾਡੀ ਟੀਮ ਗ੍ਰੇਸ਼ੀਅਸ ਲਾਈਟਿੰਗ ਐਂਡ ਹੋਮ ਫਰਨਿਸ਼ਿੰਗ ਜੀ। ਇਹ ਸਟੋਰ ਹੈ ਜੀ